ਸਤਿ ਸ਼੍ਰੀ ਅਕਾਲ ਜੀ। ਆਪਣਾ ਹਿਸਟਰੀ ਦਾ ਟੌਪਿਕ ਚੱਲ ਰਿਹਾ ਸੀ ਜੀ ਸੁਤੰਤਰਤਾ ਲਈ ਸੰਘਰਸ਼। ਇਸ ਦੇ ਆਪਾਂ ਪਹਿਲਾਂ 2 ਪਾਰਟ ਕਰ ਚੁੱਕੇ ਹਾਂ। ਅੱਜ ਆਪਣਾ ਲਾਸਟ ਪਾਰਟ ਹੈ ਜੀ। ਪ੍ਰਸ਼ਨ ਨੰਬਰ 51, ਗਾਂਧੀ ਇਰਵਨ ਸਮਝੌਤਾ ਕਦੋਂ ਹੋਇਆ? ਤੇ ਇਹਦਾ ਉੱਤਰ ਹੈਗਾ ਜੀ 5 ਮਾਰਚ 1931 ਈਸਵੀ ਨੂੰ ਗਾਂਧੀ ਇਰਵਨ ਸਮਝੌਤਾ ਹੋਇਆ ਸੀ। ਪ੍ਰਸ਼ਨ ਨੰਬਰ 52, ਦੂਜੀ ਗੋਲਮੇਜ਼ ਕਾਨਫਰੰਸ ਕਦੋਂ ਹੋਈ ਤੇ ਇਸ ਵਿੱਚ ਕਾਂਗਰਸ ਦੇ ਕਿਸ ਪ੍ਰਤੀਨਿਧ ਨੇ ਹਿੱਸਾ ਲਿਆ? ਤੇ ਇਹਦਾ ਉੱਤਰ ਹੈ ਜੀ 7 ਨਵੰਬਰ 1931 ਈਸਵੀ ਨੂੰ ਲੰਡਨ ਵਿਖੇ ਦੂਜੀ ਗੋਲਮੇਜ਼ ਕਾਨਫਰੰਸ ਹੋਈ ਸੀ ਤੇ ਇਸ ਵਿੱਚ ਗਾਂਧੀ ਜੀ ਨੇ ਕਾਂਗਰਸ ਦੇ ਪ੍ਰਤੀਨਿਧ ਵਜੋਂ ਹਿੱਸਾ ਲਿਆ ਸੀ। ਇੱਥੇ ਇੱਕ ਗੱਲ ਯਾਦ ਰੱਖਿਓ ਜੀ, ਗਾਂਧੀ ਜੀ ਕਾਂਗਰਸ ਦੇ ਕਦੇ ਵੀ ਮੈਂਬਰ ਨਹੀਂ ਸਨ। ਪ੍ਰਸ਼ਨ ਨੰਬਰ 53, ਦੂਜੀ ਗੋਲਮੇਜ਼ ਕਾਨਫਰੰਸ ਦੇ ਅਸਫਲ ਹੋਣ ਦੇ ਕੀ ਕਾਰਨ ਸਨ? ਤੇ ਇਹਦਾ ਉੱਤਰ ਹੈਗਾ ਜੀ ਗਾਂਧੀ ਜੀ ਤੇ ਮੁਹੰਮਦ ਅਲੀ ਜਿਨਾਹ ਦੇ ਵਿੱਚ ਸੰਪਰਦਾਇਕ ਚੋਣ ਖੇਤਰਾਂ ਦੇ ਪ੍ਰਸ਼ਨ ਉੱਤੇ ਮਤਭੇਦ ਪੈਦਾ ਹੋ ਗਏ ਸਨ, ਜਿਸ ਕਰਕੇ ਦੂਜੀ ਗੋਲਮੇਜ਼ ਕਾਨਫਰੰਸ ਜਿਹੜੀ ਅਸਫਲ ਹੋ ਗਈ ਸੀ। ਪ੍ਰਸ਼ਨ ਨੰਬਰ 54, ਤੀਜੀ ਗੋਲਮੇਜ਼ ਕਾਨਫਰੰਸ ਕਦੋਂ ਬੁਲਾਈ ਗਈ ਤੇ ਇਸ ਵਿੱਚ ਕਿਸ ਐਕਟ ਦੀ ਰੂਪਰੇਖਾ ਤਿਆਰ ਕੀਤੀ ਗਈ? ਤੇ ਇਹਦਾ ਉੱਤਰ ਹੈਗਾ ਜੀ 1932 ਈਸਵੀ ਦੇ ਵਿੱਚ ਲੰਡਨ ਵਿਖੇ ਤੀਜੀ ਗੋਲਮੇਜ਼ ਕਾਨਫਰੰਸ ਬੁਲਾਈ ਗਈ ਸੀ ਤੇ ਇਸ ਵਿੱਚ 1935 ਈਸਵੀ ਦੇ ਐਕਟ ਦੀ ਰੂਪਰੇਖਾ ਤਿਆਰ ਕੀਤੀ ਗਈ ਸੀ। ਪ੍ਰਸ਼ਨ ਨੰਬਰ 55, ਪੂਨਾ ਪੈਕਟ ਕਦੋਂ ਤੇ ਕਿਸ ਕਿਸ ਦੇ ਵਿਚਕਾਰ ਹੋਇਆ? ਤੇ ਇਹਦਾ ਉੱਤਰ ਹੈਗਾ ਜੀ 1932 ਈਸਵੀ ਵਿੱਚ ਮਹਾਤਮਾ ਗਾਂਧੀ ਤੇ ਭਾਰਤੀ ਬ੍ਰਿਟਿਸ਼ ਸਰਕਾਰ ਦੇ ਵਿਚਕਾਰ ਹੋਇਆ। ਪ੍ਰਸ਼ਨ ਨੰਬਰ 56, ਸਿਵਲ ਨਾਫਰਮਾਨੀ ਲਹਿਰ ਦੇ ਦੂਜੇ ਤੇ ਤੀਜੇ ਪੜਾਅ ਦਾ ਸਮਾਂ ਦੱਸੋ। ਤੇ ਇਹਦਾ ਉੱਤਰ ਹੈਗਾ ਜੀ ਦੂਜਾ ਪੜਾਅ ਜਿਹੜਾ ਕਿ 4 ਜਨਵਰੀ 1932 ਈਸਵੀ ਤੋਂ ਲੈ ਕੇ 8 ਮਈ 1933 ਈਸਵੀ ਤੱਕ ਸੀ। ਤੀਜਾ ਪੜਾਅ ਜਿਹੜਾ ਕਿ 1 ਅਗਸਤ 1933 ਈਸਵੀ ਤੋਂ ਲੈ ਕੇ 20 ਮਈ 1934 ਈਸਵੀ ਤੱਕ ਸੀ। ਪ੍ਰਸ਼ਨ ਨੰਬਰ 57, ਗਾਂਧੀ ਜੀ ਨੇ ਸਿਵਲ ਨਾਫਰਮਾਨੀ ਅੰਦੋਲਨ ਕਦੋਂ ਬੰਦ ਕਰ ਦਿੱਤਾ? ਤੇ ਇਹਦਾ ਉੱਤਰ ਹੈਗਾ ਜੀ 1934 ਈਸਵੀ ਦੇ ਵਿੱਚ ਗਾਂਧੀ ਜੀ ਨੇ ਸਿਵਲ ਨਾਫਰਮਾਨੀ ਅੰਦੋਲਨ ਬੰਦ ਕਰ ਦਿੱਤਾ ਸੀ। ਪ੍ਰਸ਼ਨ ਨੰਬਰ 58, ਮੁਸਲਿਮ ਲੀਗ ਨੇ ਪਾਕਿਸਤਾਨ ਦਾ ਪ੍ਰਸਤਾਵ ਕਦੋਂ ਪਾਸ ਕੀਤਾ ਤੇ ਇਹ ਕਿਸ ਸਿਧਾਂਤ ਉੱਤੇ ਆਧਾਰਿਤ ਸੀ? ਤੇ ਇਹਦਾ ਉੱਤਰ ਹੈਗਾ ਜੀ 1940 ਈਸਵੀ ਵਿੱਚ ਲਾਹੌਰ ਸੈਸ਼ਨ ਦੇ ਦੌਰਾਨ ਮੁਸਲਿਮ ਲੀਗ ਨੇ ਪਾਕਿਸਤਾਨ ਦਾ ਪ੍ਰਸਤਾਵ ਪਾਸ ਕੀਤਾ ਸੀ ਤੇ ਇਹ 2 ਰਾਸ਼ਟਰ ਸਿਧਾਂਤ ਉੱਤੇ ਆਧਾਰਿਤ ਸੀ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 59, ਪਾਕਿਸਤਾਨ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਤੇ ਕਿੱਥੇ ਕੀਤੀ ਸੀ? ਤੇ ਇਹਦਾ ਉੱਤਰ ਹੈਗਾ ਜੀ 1933 ਈਸਵੀ ਵਿੱਚ ਰਹਿਮਤ ਅਲੀ ਨਾਮਕ ਕੈਨਬਰਿਜ ਯੂਨੀਵਰਸਿਟੀ ਦੇ ਇੱਕ ਪੰਜਾਬੀ ਵਿਦਿਆਰਥੀ ਨੇ ਇੱਕ ਪੰਫਲਿਟ ਨਾਓ ਔਰ ਨੈਵਰ ਦੇ ਵਿੱਚ ਕੀਤੀ ਸੀ। ਪ੍ਰਸ਼ਨ ਨੰਬਰ 60, ਅਗਸਤ 1940 ਈਸਵੀ ਦੇ ਐਲਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ? ਤੇ ਇਹਦਾ ਉੱਤਰ ਹੈਗਾ ਜੀ ਪਹਿਲੀ ਵਿਸ਼ੇਸ਼ਤਾ, ਭਾਰਤ ਵਿੱਚ ਡੋਮੀਨੀਅਨ ਦੇ ਨਮੂਨੇ ਤੇ ਪੂਰਨ ਜ਼ਿੰਮੇਵਾਰ ਸ਼ਾਸਨ ਸਥਾਪਿਤ ਕਰਨ ਦਾ ਵਚਨ ਦਿੱਤਾ ਗਿਆ। ਦੂਜਾ ਹੈ ਜੀ ਭਾਰਤੀਆਂ ਦੇ ਸੰਵਿਧਾਨ ਬਣਾਉਣ ਦੇ ਅਧਿਕਾਰ ਨੂੰ ਸਵੀਕਾਰ ਕੀਤਾ ਗਿਆ। ਤੀਜਾ ਹੈ ਜੀ ਵਾਇਸਰਾਏ ਦੀ ਯੁੱਧ ਕੌਂਸਲ ਦੇ ਵਿੱਚ ਕੁਝ ਭਾਰਤੀਆਂ ਨੂੰ ਸ਼ਾਮਲ ਕਰਨ ਦਾ ਵਚਨ ਦਿੱਤਾ ਗਿਆ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 61, ਦੂਜਾ ਮਹਾਯੁੱਧ ਕਦੋਂ ਸ਼ੁਰੂ ਹੋਇਆ? ਤੇ ਇਹਦਾ ਉੱਤਰ ਹੈਗਾ ਜੀ ਸਤੰਬਰ 1939 ਈਸਵੀ ਦੇ ਵਿੱਚ ਦੂਜਾ ਮਹਾਯੁੱਧ ਸ਼ੁਰੂ ਹੋਇਆ ਸੀ। ਪ੍ਰਸ਼ਨ ਨੰਬਰ 62, ਦੂਜੇ ਮਹਾਯੁੱਧ ਦੌਰਾਨ ਜਾਪਾਨ ਦੀਆਂ ਕਿਹੜੀਆਂ ਜਿੱਤਾਂ ਉਪਰੰਤ ਬਰਤਾਨੀਆ ਦੀ ਸਰਕਾਰ ਨੇ ਭਾਰਤ ਵਿੱਚ ਕਦੋਂ ਤੇ ਕਿਹੜਾ ਮਿਸ਼ਨ ਭੇਜਿਆ ਸੀ? ਤੇ ਇਹਦਾ ਉੱਤਰ ਹੈ ਜੀ ਮਾਰਚ 1942 ਈਸਵੀ ਵਿੱਚ ਸਰ ਸਟੇਫੋਰਡ ਕਿਰਪਸ ਮਿਸ਼ਨ ਭੇਜਿਆ ਸੀ। ਤਾਂ ਪ੍ਰਸ਼ਨ ਨੰਬਰ 63, ਕਿਰਪਸ ਮਿਸ਼ਨ ਕਦੋਂ ਭਾਰਤ ਆਇਆ ਤੇ ਇਸ ਦੁਆਰਾ ਦਿੱਤੇ ਗਏ ਕੋਈ 2 ਸੁਝਾਅ ਦੱਸੋ। ਇਹ ਉੱਤਰ ਹੈਗਾ ਜੀ ਮਾਰਚ 1942 ਈਸਵੀ ਦੇ ਵਿੱਚ ਕਿਰਪਸ ਮਿਸ਼ਨ ਭਾਰਤ ਆਇਆ ਸੀ ਤੇ ਇਸ ਨੇ ਯੁੱਧ ਦੀ ਸਮਾਪਤੀ ਪਿੱਛੋਂ ਭਾਰਤ ਨੂੰ ਡੋਮੀਨੀਅਨ ਦਾ ਦਰਜਾ ਦੇਣ ਅਤੇ ਭਾਰਤੀ ਸੰਵਿਧਾਨ ਲਈ ਇੱਕ ਸੰਵਿਧਾਨ ਸਭਾ ਦੀ ਸਥਾਪਨਾ ਦਾ ਸੁਝਾਅ ਦਿੱਤਾ ਸੀ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 64, ਅਸਫਲ ਹੋ ਰਹੇ ਬੈਂਕ ਦਾ ਇੱਕ ਪਛਾਤ ਮਿਤੀ ਚੈੱਕ ਗਾਂਧੀ ਜੀ ਨੇ ਸ਼ਬਦ ਕਿਸ ਬਾਰੇ ਕਹੇ? ਤੇ ਇਹਦਾ ਉੱਤਰ ਹੈਗਾ ਜੀ ਕਿਰਪਸ ਮਿਸ਼ਨ ਦੇ ਸੁਝਾਵਾਂ ਬਾਰੇ। ਅੱਗੇ ਹੈਗਾ ਜੀ ਪ੍ਰਸ਼ਨ 65, ਭਾਰਤ ਛੱਡੋ ਪ੍ਰਸਤਾਵ ਕਦੋਂ ਪਾਸ ਕੀਤਾ ਗਿਆ? ਇਸ ਅੰਦੋਲਨ ਦੌਰਾਨ ਰਾਸ਼ਟਰਵਾਦੀਆਂ ਨੇ ਕੀ ਨਾਅਰੇ ਲਗਾਏ? ਤੇ ਉੱਤਰ ਹੈਗਾ ਜੀ
ਇੰਡੀਅਨ ਨੈਸ਼ਨਲ ਕਾਂਗਰਸ ਨੇ ਭਾਰਤ ਛੱਡੋ ਪ੍ਰਸਤਾਵ ਜਿਹੜਾ 8 ਅਗਸਤ 1942 ਈਸਵੀ ਨੂੰ ਬੰਬਈ ਦੇ ਸੈਸ਼ਨ ਦੇ ਵਿੱਚ ਪਾਸ ਕੀਤਾ ਸੀ ਤੇ ਰਾਸ਼ਟਰਵਾਦੀਆਂ ਨੇ ਇਨਕਲਾਬ ਜਿੰਦਾਬਾਦ ਤੇ ਕਰੋ ਜਾਂ ਮਰੋ ਦੇ ਨਾਅਰੇ ਲਗਾਏ। ਅੱਗੇ ਹੈ ਜੀ ਪ੍ਰਸ਼ਨ 66। ਉਸ ਅੰਦੋਲਨ ਦਾ ਨਾਮ ਦੱਸੋ ਜਿਸ ਵਿੱਚ ਗਾਂਧੀ ਜੀ ਨੇ ਕਰੋ ਜਾਂ ਮਰੋ ਦਾ ਨਾਅਰਾ ਦਿੱਤਾ ਸੀ। ਤੇ ਇਹਦਾ ਉੱਤਰ ਹੈਗਾ ਜੀ ਭਾਰਤ ਛੱਡੋ ਅੰਦੋਲਨ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 67। ਆਜ਼ਾਦ ਹਿੰਦ ਫੌਜ ਦੇ 3 ਮੁੱਖ ਨੇਤਾਵਾਂ ਦੇ ਨਾਮ ਦੱਸੋ। ਤੇ ਉੱਤਰ ਹੈਗਾ ਜੀ ਸੁਭਾਸ਼ ਚੰਦਰ ਬੋਸ, ਰਾਸ ਬਿਹਾਰੀ ਬੋਸ ਤੇ ਜਨਰਲ ਮੋਹਨ ਸਿੰਘ। ਅੱਗੇ ਹੈਗਾ ਜੀ ਪ੍ਰਸ਼ਨ 68। ਦੂਜਾ ਮਹਾਯੁੱਧ ਖਤਮ ਹੋ ਜਾਣ ਉਪਰੰਤ ਆਜ਼ਾਦ ਹਿੰਦ ਫੌਜ ਦੇ ਕਿਹੜੇ 3 ਅਫਸਰਾਂ ਉੱਤੇ ਮੁਕੱਦਮੇ ਚੱਲੇ ਤੇ ਉਹਨਾਂ ਦੀ ਵਕਾਲਤ ਕਿਹਨਾਂ ਨੇ ਕੀਤੀ। ਤੇ ਉੱਤਰ ਹੈਗਾ ਜੀ ਜਨਰਲ ਸ਼ਾਹਨਵਾਜ਼ ਖਾਂ, ਕਰਨਲ GS ਢਿੱਲੋਂ ਤੇ ਕਰਨਲ ਪ੍ਰੇਮ ਕੁਮਾਰ ਸਹਿਗਲ ਆਦਿ ਅਫਸਰਾਂ ਦੇ ਉੱਤੇ ਮੁਕੱਦਮੇ ਚਲਾਏ ਗਏ ਤੇ ਉਹਨਾਂ ਦੀ ਵਕਾਲਤ ਭੂਲਾ ਭਾਈ ਦੇਸਾਈ, ਤੇਜ ਬਹਾਦਰ ਸਪਰੂ ਤੇ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਯੋਗ ਵਕੀਲਾਂ ਨੇ ਕੀਤੀ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 69। 1946 ਈਸਵੀ ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਕੇਂਦਰੀ ਲੈਜਿਸਲੇਟਿਵ ਅਸੈਂਬਲੀ ਵਿੱਚ ਕਿੰਨੀਆਂ ਸੀਟਾਂ ਮਿਲੀਆਂ ਤੇ ਉਸਨੇ ਕਿੰਨੇ ਪ੍ਰਤੀਸ਼ਤ ਵੋਟ ਹਾਸਲ ਕੀਤੀ। ਤੇ ਇਹਦਾ ਉੱਤਰ ਹੈਗਾ ਜੀ ਕੇਂਦਰੀ ਲੈਜਿਸਲੇਟਿਵ ਅਸੈਂਬਲੀ ਦੀਆਂ 102 ਸੀਟਾਂ ਦੇ ਵਿੱਚੋਂ 57 ਸੀਟਾਂ ਮਿਲੀਆਂ ਤੇ ਉਸਨੇ 91.3% ਵੋਟ ਹਾਸਲ ਕੀਤੀ। ਪ੍ਰਸ਼ਨ ਨੰਬਰ 70। ਪ੍ਰਸ਼ਨ ਨੰਬਰ 70। 1946 ਈਸਵੀ ਦੀਆਂ ਚੋਣਾਂ ਵਿੱਚ ਮੁਸਲਿਮ ਲੀਗ ਨੂੰ ਕੇਂਦਰੀ ਲੈਜਿਸਲੇਟਿਵ ਅਸੈਂਬਲੀ ਦੀਆਂ ਰਾਖਵੀਂ ਸੀਟਾਂ ਵਿੱਚੋਂ ਕਿੰਨੀਆਂ ਸੀਟਾਂ ਮਿਲੀਆਂ ਤੇ ਕਿੰਨੇ ਪ੍ਰਤੀਸ਼ਤ ਵੋਟ ਪਏ। ਤੇ ਉੱਤਰ ਹੈਗਾ ਜੀ 30 ਸੀਟਾਂ ਮਿਲੀਆਂ ਤੇ 86.6% ਵੋਟ ਜਿਹੜੇ ਪਏ ਸੀਗੇ। ਪ੍ਰਸ਼ਨ ਨੰਬਰ ਹੈਗਾ 71। 1946 ਈਸਵੀ ਦੀਆਂ ਪ੍ਰਾਂਤਿਕ ਵਿਧਾਨ ਪਾਲਿਕਾਵਾਂ ਦੀਆਂ ਚੋਣਾਂ ਵਿੱਚ ਕਾਂਗਰਸ ਤੇ ਮੁਸਲਿਮ ਲੀਗ ਨੂੰ ਕੁੱਲ ਕਿੰਨੀਆਂ ਸੀਟਾਂ ਪ੍ਰਾਪਤ ਹੋਈਆਂ। ਤੇ ਇਹਦਾ ਉੱਤਰ ਹੈਗਾ ਜੀ ਕਾਂਗਰਸ ਨੂੰ ਕੁੱਲ 923 ਸੀਟਾਂ ਤੇ ਮੁਸਲਿਮ ਲੀਗ ਨੂੰ 425 ਸੀਟਾਂ ਪ੍ਰਾਪਤ ਹੋਈਆਂ ਸੀਗੀਆਂ। ਪ੍ਰਸ਼ਨ ਨੰਬਰ 72। 1946 ਈਸਵੀ ਦੀਆਂ ਚੋਣਾਂ ਦੀ ਮਹੱਤਤਾ ਦੱਸੋ। ਤੇ ਇਹਦਾ ਉੱਤਰ ਹੈਗਾ ਜੀ ਪਹਿਲੀ ਮਹੱਤਤਾ ਦੇਸ਼ ਵਿੱਚ ਕਾਂਗਰਸ ਦਾ ਪ੍ਰਭਾਵ ਬਹੁਤ ਵੱਧ ਗਿਆ। ਦੂਜੀ ਹੈਗੀ ਜੀ ਦੇਸ਼ ਦੇ ਮੁਸਲਮਾਨਾਂ ਉੱਤੇ ਮੁਸਲਿਮ ਲੀਗ ਦੀ ਪ੍ਰਬਲਤਾ ਕਾਇਮ ਹੋ ਗਈ। ਤੀਜੀ ਦੇਸ਼ ਦੀ ਰਾਜਨੀਤਿਕ ਸੱਤਾ ਅੰਗਰੇਜ਼ਾਂ ਤੋਂ ਭਾਰਤੀਆਂ ਦੇ ਹੱਥ ਜਾਣ ਵਿੱਚ ਸਹਾਇਤਾ ਮਿਲੀ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 73। ਭਾਰਤ ਵਿੱਚ ਕੈਬਨਿਟ ਮਿਸ਼ਨ ਕਦੋਂ ਭੇਜਿਆ ਗਿਆ ਤੇ ਇਸ ਦੇ 3 ਮੈਂਬਰ ਕੌਣ ਸਨ। ਤੇ ਇਹਦਾ ਉੱਤਰ ਹੈਗਾ ਜੀ ਮਾਰਚ 1946 ਈਸਵੀ ਦੇ ਵਿੱਚ ਭਾਰਤ ਵਿੱਚ ਕੈਬਨਿਟ ਮਿਸ਼ਨ ਜਿਹੜਾ ਭੇਜਿਆ ਗਿਆ ਸੀ ਤੇ ਇਸ ਦੇ 3 ਮੈਂਬਰ ਪੈਂਥਿਕ ਲਾਰੈਂਸ, ਸਰ ਸਟੇਫੋਰਡ ਕਿਪਸ, A.V. ਅਲੈਗਜ਼ੈਂਡਰ ਸਨ। ਪ੍ਰਸ਼ਨ ਨੰਬਰ 74। ਭਾਰਤ ਵਿੱਚ ਇੰਟਰਿਮ ਸਰਕਾਰ ਕਦੋਂ ਬਣਾਈ ਗਈ ਤੇ ਇਸ ਦੇ ਪ੍ਰਧਾਨ ਮੰਤਰੀ ਕੌਣ ਸਨ। ਤੇ ਇਹਦਾ ਉੱਤਰ ਹੈਗਾ ਜੀ ਅਗਸਤ 1946 ਈਸਵੀ ਦੇ ਵਿੱਚ ਸਰਕਾਰ ਬਣਾਈ ਗਈ ਸੀ ਤੇ ਇਸ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸਨ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 75। ਭਾਰਤ ਵਿੱਚ ਕਿਸ ਵਾਇਸਰਾਏ ਨੇ ਅਤੇ ਕਦੋਂ ਭਾਰਤ ਦੀ ਵੰਡ ਬਾਰੇ ਆਪਣੀ ਯੋਜਨਾ ਦਾ ਐਲਾਨ ਕੀਤਾ। ਤੇ ਉੱਤਰ ਹੈਗਾ ਜੀ ਭਾਰਤ ਦੇ ਵਾਇਸਰਾਏ ਸੀਗੇ ਜੀ ਲਾਰਡ ਮਾਊਂਟਬੇਟਨ, ਜਿਨ੍ਹਾਂ ਨੇ ਕਿ 3 ਜੂਨ 1947 ਈਸਵੀ ਨੂੰ ਬ੍ਰਿਟਿਸ਼ ਸਰਕਾਰ ਦੀ ਮਨਜ਼ੂਰੀ ਲੈ ਕੇ ਭਾਰਤ ਦੀ ਵੰਡ ਬਾਰੇ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਅੱਗੇ ਹੈਗਾ ਜੀ ਪ੍ਰਸ਼ਨ 76। ਭਾਰਤੀ ਸੁਤੰਤਰਤਾ ਐਕਟ ਕਦੋਂ ਪਾਸ ਹੋਇਆ। ਤੇ ਇਹਦਾ ਉੱਤਰ ਹੈਗਾ ਜੀ ਜੁਲਾਈ 1947 ਈਸਵੀ ਦੇ ਵਿੱਚ ਭਾਰਤੀ ਸੁਤੰਤਰਤਾ ਐਕਟ ਪਾਸ ਹੋਇਆ ਸੀ। ਅੱਗੇ ਹੈਗਾ ਜੀ ਪ੍ਰਸ਼ਨ 77। ਭਾਰਤੀ ਸੁਤੰਤਰਤਾ ਐਕਟ ਵਿੱਚ ਦੇਸੀ ਰਿਆਸਤਾਂ ਬਾਰੇ ਕੀ ਵਿਵਸਥਾ ਸੀ। ਤਾਂ ਇਹਦਾ ਉੱਤਰ ਹੈਗਾ ਜੀ ਦੇਸੀ ਰਿਆਸਤਾਂ ਨੂੰ ਭਾਰਤ ਜਾਂ ਪਾਕਿਸਤਾਨ ਵਿੱਚ ਸ਼ਾਮਿਲ ਹੋਣ ਜਾਂ ਦੋਹਾਂ ਤੋਂ ਅਲੱਗ ਰਹਿਣ ਦਾ ਅਧਿਕਾਰ ਦਿੱਤਾ ਗਿਆ ਸੀ। ਅੱਗੇ ਹੈਗਾ ਜੀ ਪ੍ਰਸ਼ਨ 78। 1947 ਈਸਵੀ ਵਿੱਚ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ। ਤੇ ਇਹਦਾ ਉੱਤਰ ਹੈਗਾ ਜੀ ਕਲੀਮੈਂਟ ਐਂਟਲੀ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 79। ਭਾਰਤੀ ਸੁਤੰਤਰਤਾ ਐਕਟ ਦੇ ਅੰਤਰਗਤ
पंजाब बाउंड्री कमीशन का प्रधान किसनूं बनाया गया? तो यह उत्तर है जी सर सिरिल रैडक्लिफ नूं बनाया गया सी। प्रश्न नंबर 80, सुतंत्रता तो बाद भारत ते पाकिस्तान के पहले गवर्नर जनरल कौन बने सन? तो यह उत्तर है जी भारत के माउंटबेटन ते पाकिस्तान के मुहम्मद अली जिन्ना गवर्नर जनरल बने सन। अगे है जी प्रश्न नंबर 81, भारत का अंतिम वाइसराय कौन सी? तो इसका उत्तर है जी लॉर्ड माउंटबेटन। अगे है जी प्रश्न 82, महात्मा गांधी का देहांत कदों होया? तो इसका उत्तर है जी नथूराम गोडसे राही चलाई गई गोली नाल महात्मा गांधी का 30 जनवरी 1948 ईस्वी नूं देहांत हो गया। इस दे नाल जी अपना ये टॉपिक खत्म हो जाता है। उम्मीद करती हूँ तुहानूं मेरी वीडियो वधिया लग रही होगी। जे तुहानूं मेरी वीडियो वधिया लगी तो प्लीज़ लाइक शेयर ते कमेंट जरूर करियो। धन्यवाद जी।